श्री नानक पद पंकज बंदन पद पंकज बंदना सिमरो अंगद दुख निकंदना अमरदास गुर हृदय त्यागो हृदय त्यागो श्री गुरु रामदास गुण गावो श्री अर्जन बेगनन के नासक बेगनन के नासक हर गोबिंद शुभ समत प्रकाशक श्री हर राय नमो कर जोरी नमो कर जोरी गुर हर कृष्ण मनाए बहोरी तेग बहादुर परम कृपाला परम कृपाला श्री गुरु गोबिंद सिंह बिसाला तरों तरा पर पुन पुन सीसा पुन पुन सीसा बंदों बार बार जगदीसा जिसमें है अमृत ज्ञान है मानक भगत बैराग श्री गुरु ग्रंथ साहिब उदद बंदों कर अनुराग एक ओंकारा सतगुरु तेह प्रसाद सत होए वाहिगुरु जी की फतेह बिघ्न बिनासन सोए वाहिगुरु जी की फतेह बिघ्न बिनासन सोए चौपई जो आगे नह कारज आवा सो पायो जग को दिखरावा जुगो जुग अटल ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੇ ਸਤਿਕਾਰਯੋਗ ਸਤਸੰਗੀ ਜਨੋ ਸਾਹਿਬਾਂ ਨੂੰ ਸੀਸ ਝੁਕਾਉਂਦਿਆਂ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਲੜੀਵਾਰ ਕਥਾ ਦੇ ਪ੍ਰਸੰਗ ਦੇ ਵਿੱਚੋਂ ਜੋ ਅਸੀਂ ਪਿਛਲੇ ਦਿਨਾਂ ਤੋਂ ਸਰਵਣ ਕਰਦੇ ਆ ਰਹੇ ਹਾਂ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਜੋ ਉਹਨਾਂ ਨੂੰ ਜਨੇਊ ਪਹਿਨਾਉਣ ਦੀ ਰਸਮ ਉਹ ਅਦਾ ਕੀਤੀ ਜਾ ਰਹੀ ਹੈ ਤੇ ਪਾਤਸ਼ਾਹ ਜੀ ਅਤੇ ਸਮੂਹ ਬ੍ਰਾਹਮਣਾਂ ਦੇ ਨਾਲ ਸਮੂਹ ਖੱਤਰੀ ਵੰਸ਼ ਦੇ ਜਿਹੜੇ ਵਿਦਵਾਨ ਨੇ ਵੇਦਾਂ ਦੇ ਗਿਆਤਾ ਨੇ ਉਹਨਾਂ ਦੇ ਵਿਚਕਾਰ ਜਨੇਊ ਨੂੰ ਲੈ ਕੇ ਜਿਹੜੀ ਵਿਚਾਰ ਚਰਚਾ ਚੱਲ ਰਹੀ ਹੈ ਉਹ ਅਸੀਂ ਪਿਛਲੇ ਦਿਨਾਂ ਤੋਂ ਵਿਚਾਰ ਸਰਵਣ ਕਰਦੇ ਆ ਚੁੱਕੇ ਹਾਂ। ਕੱਲ ਦੇ ਦੀਵਾਨਾਂ ਦੇ ਵਿੱਚ ਅਸੀਂ ਇਹ ਪ੍ਰਸੰਗ ਸਰਵਣ ਕਰ ਚੁੱਕੇ ਹਾਂ ਕਿ ਪਾਤਸ਼ਾਹ ਜੀ ਉਸ ਪੰਡਿਤ ਹਰਦਿਆਲ ਨੂੰ ਜਾਂ ਜਿੰਨੇ ਵੀ ਉੱਥੇ ਹੋਰ ਪੁਜਾਰੀ ਬੈਠੇ ਨੇ ਧਾਰਮਿਕ ਬਿਰਤੀ ਵਾਲੇ ਜਿੰਨੇ ਵੀ ਆਗੂ ਬੈਠੇ ਨੇ ਉਹਨਾਂ ਦੇ ਨਾਲ ਪਾਤਸ਼ਾਹ ਦੀ ਵਿਚਾਰ ਚਰਚਾ ਕਰਦੇ ਨੇ ਕਿ ਹੇ ਭਾਈ ਤੁਸੀਂ ਇਹ 4 ਕੋਡੀਆਂ ਦਾ ਧਾਗਾ ਲੈ ਕੇ ਵਿਹੜੇ ਦੇ ਵਿੱਚ ਬੈਠ ਕੇ ਵੱਟ ਕੇ ਫਿਰ ਇਸ ਨੂੰ ਪਹਿਨਾਉਂਦੇ ਹੋ ਜਿਸ ਨੂੰ ਤੁਸੀਂ ਜਨੇਊ ਆਖਦੇ ਹੋ ਨਾ ਮਨੁੱਖ ਦੇ ਗਲੇ ਦੇ ਵਿੱਚ ਧਾਰਨ ਕਰਵਾਉਂਦੇ ਹੋ ਤੇ ਫਿਰ ਕੰਨ ਦੇ ਵਿੱਚ ਨਾਲ ਹੀ ਨਾਲ ਉਹ ਪੁਜਾਰੀ ਸਿੱਖਿਆ ਦਿੰਦਾ ਹੈ ਕਿ ਅੱਜ ਤੋਂ ਬ੍ਰਾਹਮਣ ਤੇਰਾ ਧਾਰਮਿਕ ਗੁਰੂ ਬਣਿਆ ਹੋਇਆ ਹੈ ਤੇ ਉਹ ਕੰਨ ਦੇ ਵਿੱਚ ਜਿਹੜੀ ਹੈ ਉਹ ਸਿੱਖਿਆ ਦਿੱਤੀ ਜਾਂਦੀ।
ਪਰ ਪਾਤਸ਼ਾਹ ਜੀ ਕਹਿੰਦੇ ਕਿ ਪਰ ਜਦੋਂ ਉਹ ਮਨੁੱਖ ਮਰ ਜਾਂਦਾ ਹੈ, ਮਨੁੱਖ ਅਕਾਲ ਚਲਾਣਾ ਕਰ ਜਾਂਦਾ ਹੈ, ਚੜ੍ਹਾਈ ਕਰ ਜਾਂਦਾ ਹੈ, ਜਦੋਂ ਫਿਰ ਉਸ ਦਾ ਸੰਸਕਾਰ ਕੀਤਾ ਜਾਂਦਾ ਤਾਂ ਇਹ ਜਿਹੜਾ ਜਨੇਊ ਤੁਸੀਂ ਪਹਿਨਾਇਆ ਸੀ, ਜਿਸ ਦੇ ਨਾਲ ਤੁਸੀਂ ਆਖਦੇ ਸੀ ਕਿ ਮਨੁੱਖ ਦੀ ਅਵਸਥਾ ਉੱਚੀ ਹੋ ਜਾਂਦੀ, ਇਹ ਤਾਂ ਮਨੁੱਖ ਦੇ ਨਾਲ ਇੱਥੇ ਹੀ ਜਿਹੜਾ ਉਸ ਦੇ ਸਰੀਰ ਦੇ ਨਾਲ ਜਲ ਕੇ ਸਵਾਹ ਹੋ ਗਿਆ। ਆਤਮਾ ਬਿਨਾਂ ਧਾਗੇ ਦੇ ਕਹਿੰਦੇ ਹੀ ਚਲੀ ਜਾਂਦੀ ਹੈ, ਤੇ ਆਤਮਾ ਦੇ ਨਾਲ ਉਹ ਜਨੇਊ ਰੂਪੀ ਜਿਹੜਾ ਧਾਗਾ ਹੈ ਨਾ, ਉਹ ਨਾਲ ਨਹੀਂ ਜਾਂਦਾ। ਤੇ ਇਸੇ ਤਰ੍ਹਾਂ ਫਿਰ ਪਾਤਸ਼ਾਹ ਜੀ ਉਹਨਾਂ ਦੇ ਨਾਲ ਵਿਚਾਰ ਚਰਚਾ ਕਰਦੇ ਨੇ ਕਿ ਇਸੇ ਤਰ੍ਹਾਂ ਕਹਿੰਦੇ ਵੀ ਮਨੁੱਖ ਅਧੂਰਾ ਇਸ ਸੰਸਾਰ ਦੇ ਉੱਤੇ ਉਹ ਕੂਚ ਕਰ ਜਾਂਦਾ ਹੈ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਆਓ ਅਗਲੇਰਾ ਪ੍ਰਸੰਗ ਆਰੰਭ ਕਰਨ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਚੌਪਈ ਜੋ ਆਗੇ ਨਹਿ ਕਾਰਜ ਆਵਾ, ਸੋ ਪਾਇਓ ਜਗ ਕੋ ਦਿਖਰਾਵਾ। ਤੇ ਪਾਤਸ਼ਾਹ ਜੀ ਕਹਿੰਦੇ ਵੀ ਜਿਹੜਾ ਜਨੇਊ, ਜਿਹੜਾ ਧਾਗਾ ਪ੍ਰਲੋਕ ਦੇ ਵਿੱਚ ਕਿਸੇ ਕੰਮ ਨਹੀਂ ਆ ਸਕਿਆ, ਜਿਸ ਦੇ ਨਾਲ ਪ੍ਰਲੋਕ ਦੇ ਵਿੱਚ ਮਨੁੱਖ ਦਾ ਕੋਈ ਵੀ ਸੁਧਾਰ ਨਹੀਂ ਹੋ ਸਕਿਆ, ਉਹ ਤਾਂ ਇਸ ਜਗਤ ਦੇ ਵਿੱਚ ਜਿਹੜਾ ਤੁਸੀਂ ਧਾਰਨ ਕਰਵਾਇਆ ਧਾਗਾ ਸੀ ਨਾ, ਉਹ ਕੇਵਲ ਤੇ ਕੇਵਲ ਇੱਥੇ ਲੋਕ ਦਿਖਾਵਾ ਬਣ ਕੇ ਹੀ ਰਹਿ ਗਿਆ ਹੈ। ਮਮ ਸੰਸਾਰ ਸੋ ਨਾਹੀ ਕਾਜੂ, ਤਿਹ ਕੀ ਕਿਉ ਕਰੇ ਹੋ ਉਰ ਲਾਜੋ। ਕਹਿੰਦੇ ਸੰਸਾਰ ਵਿੱਚ ਰਹਿੰਦੇ ਆ, ਜਦ ਇਹ ਜਨੇਊ ਮੇਰੇ ਕਿਸੇ ਕੰਮ ਨਹੀਂ ਹੈ, ਤੇ ਕਹਿੰਦੇ ਫਿਰ ਮੈਂ ਤੁਹਾਡੀ ਲਾਜ ਦੀ ਕਿਉਂ ਪਰਵਾਹ ਕਰਾਂ, ਕਿਉਂਕਿ ਉਹ ਦਿਲਾਸਾ ਦੇ ਰਹੇ ਨੇ ਨਾ, ਕਿਤੇ ਨਾ ਕਿਤੇ ਉਹਨਾਂ ਨੂੰ ਆਪਣੀ ਇੱਜ਼ਤ ਦੀ ਵੀ ਫਿਕਰ ਹੈ। ਬਾਕੀ ਜਿਹੜੇ ਪੁਜਾਰੀ ਬੈਠੇ ਨੇ ਵੀ ਜਿਸ ਦੇ ਨਾਲ ਇਹ ਤਰਕ ਦੇ ਨਾਲ ਦਲੀਲਾਂ ਦੇ ਨਾਲ ਗੱਲ ਕਰ ਰਹੇ ਨੇ, ਸਾਡੀ ਤਾਂ ਸਮਾਜ ਦੇ ਵਿੱਚ ਬਦਨਾਮੀ ਹੋ ਜਾਵੇਗੀ, ਸਾਡੀ ਤਾਂ ਸਮਾਜ ਦੇ ਵਿੱਚ ਕੋਈ ਪੱਤ ਨਹੀਂ ਰਹੇਗੀ, ਸਾਡੀ ਤਾਂ ਕੋਈ ਇੱਜ਼ਤ ਨਹੀਂ ਰਹੇਗੀ। ਇਸੇ ਤਰ੍ਹਾਂ ਪਾਤਸ਼ਾਹ ਜੀ ਫਿਰ ਆਖਦੇ ਨੇ, ਕਹਿੰਦੇ ਸੰਸਾਰ ਦੇ ਵਿੱਚ ਜਦ ਇਹ ਜਨੇਊ ਮੇਰੇ ਕਿਸੇ ਕੰਮ ਨਹੀਂ ਆ ਸਕਿਆ, ਮੇਰੀ ਆਤਮਾ ਦੇ ਤੌਰ ਦੇ ਉੱਤੇ ਕਿਸੇ ਦੇ ਨਾਲ ਇਸ ਦਾ ਸੁਧਾਰ ਨਹੀਂ ਹੋਣਾ, ਇਹ ਕਿਸੇ ਵੀ ਕੰਮ ਦਾ ਨਹੀਂ ਹੈ, ਤਾਂ ਫਿਰ ਕਹਿੰਦੇ ਇਹ ਜਨੇਊ ਧਾਰਨ ਕਰਨ ਦੇ ਲਈ ਤੁਹਾਡੀ ਮੈਂ ਪੱਤ ਦਾ ਕਿਉਂ ਖਿਆਲ ਰੱਖਾਂ, ਤੁਹਾਡੀ ਇੱਜ਼ਤ ਦਾ ਕਿਉਂ ਮੈਂ ਧਿਆਨ ਰੱਖਾਂ। ਸੰਗ ਨ ਤਗ ਜਬ ਜਮ ਗਹਿ ਕੂਟਾ, ਤਹਾ ਨਾਮ ਹੋਇਓ ਤਗ ਟੂਟਾ। ਕਹਿੰਦੇ ਜਦੋਂ ਜਮਾਂ ਦੀ ਮਾਰ ਪੈਂਦੀ ਮਨੁੱਖ ਦੇ ਉੱਤੇ, ਜਦੋਂ ਮਨੁੱਖ ਆਤਮਿਕ ਤੌਰ ਦੇ ਉੱਤੇ ਵੀ ਮਰਦਾ ਹੈ ਨਾ, ਆਤਮਿਕ ਤੌਰ ਦੇ ਉੱਤੇ ਵਿਕਾਰਾ ਰੂਪੀ ਜਮ ਇਸ ਦੇ ਉੱਤੇ ਹਮਲਾ ਕਰਦੇ ਨੇ, ਇਸ ਨੂੰ ਫੜ ਕੇ ਲੈ ਕੇ ਜਾਂਦੇ ਨੇ, ਇਸ ਦੇ ਮਨ ਨੂੰ ਫੜਦੇ ਨੇ ਵਿਕਾਰ, ਤਾਂ ਕਹਿੰਦੇ ਜਨੇਊ ਉੱਥੇ ਕੋਈ ਵੀ ਅਸਰ ਨਹੀਂ ਦਿਖਾਉਂਦਾ, ਜਨੇਊ ਉਹ ਮਨ ਦੇ ਨਾਲ ਨਹੀਂ ਜਾਂਦਾ। ਤੇ ਇਸੇ ਤਰ੍ਹਾਂ ਕਹਿੰਦੇ ਤਾਹਾ ਨਾਮ ਹੋ ਤੱਕ ਟੁੱਟਾ, ਜਿੱਥੇ ਪ੍ਰਭੂ ਦਾ ਨਾਮ ਹੁੰਦਾ ਹੈ ਨਾ, ਉੱਥੇ ਜਨੇਊ ਟੁੱਟ ਜਾਂਦਾ। ਫਿਰ ਜਿੱਥੇ ਅਸਲ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਨਿਵਾਸ ਹੋ ਜਾਵੇ, ਫਿਰ ਇਹ ਜਨੇਊ ਕਹਿੰਦੇ ਉੱਥੇ ਟੁੱਟ ਜਾਂਦਾ ਹੈ। ਕੀਨ ਸਕੂਰੀ ਚੋਰੀ ਜਾਰੀ, ਜਾਂ ਤੇ ਮਿਲੀ ਜਾਤ ਨਾ ਪਾਰੀ। ਕਹਿੰਦੇ ਜਿਹੜੇ ਇਸ ਸੰਸਾਰ ਦੇ ਵਿੱਚ ਜਨੇਊ ਪਹਿਨ ਕੇ ਕੂੜ ਬੋਲਦੇ ਨੇ, ਝੂਠ ਬੋਲਦੇ ਨੇ, ਚੋਰੀਆਂ ਜਾਰੀਆਂ ਕਰਦੇ ਨੇ, ਕਹਿੰਦੇ ਉਹਨਾਂ ਨੂੰ ਇੱਥੇ ਫਿਰ ਜਾਂ ਤੇ ਮਿਲੀ ਜਾਤ ਨਾ ਭਾਰੀ, ਉੱਥੇ ਫਿਰ ਇਹਨਾਂ ਨੂੰ ਕਰੜੀ ਸਜ਼ਾ ਮਿਲਦੀ ਹੈ। ਕਿਉਂਕਿ ਜਨੇਊ ਪਾਣਨ ਦੇ ਨਾਲ ਤੁਸੀਂ ਆਖਦੇ ਹੋ ਨਾ ਧਾਰਮਿਕ ਬਣ ਜਾਂਦੇ ਨੇ, ਪਰ ਧਰਮ ਦਾ ਲਿਬਾਸ ਪਹਿਨ ਕੇ ਮਨੁੱਖ ਕਹਿੰਦੇ ਜ਼ਿਆਦਾ ਜਿਹੜੇ ਨੇ ਕਰਮ ਕਾਂਡ ਕਰਦਾ, ਭੈੜਾ ਵੀ ਵਿਚਾਰ ਕਰਦਾ, ਭੈੜਾ ਆਚਰਣ ਭਰਿਆ ਜੀਵਨ ਬਤੀਤ ਕਰਦਾ। ਕਹਿੰਦੇ ਇਸੇ ਤਰ੍ਹਾਂ ਜਿਹੜਾ ਤੁਸੀਂ ਇਹ ਦੋਹਰਾ ਮਾਪਦੰਡ ਰੱਖਿਆ ਹੋਇਆ ਹੈ ਨਾ, ਵੀ ਦੁਨੀਆ ਨੂੰ ਭਰਮਾਉਂਦੇ ਹੋ, ਦੁਨੀਆ ਨੂੰ ਧਾਰਮਿਕ ਬਿਰਤੀ ਵਾਲੇ ਬਣ ਕੇ ਦਿਖਾਉਂਦੇ ਹੋ ਕਿ ਦੁਨੀਆ ਦੇ ਵਿੱਚ ਤੁਹਾਡੀ ਸ਼ੋਭਾ ਹੋਵੇ, ਦੁਨੀਆ ਦੇ ਲੋਕ ਤੁਹਾਨੂੰ ਸਲਾਉਣ, ਤੁਹਾਡੀ ਇੱਜ਼ਤ ਕਰਨ, ਵੀ ਲੈ ਵੀ ਬੰਦਾ ਤਾਂ ਬੜਾ ਧਾਰਮੀ ਹੈ। ਪਰ ਪਾਤਸ਼ਾਹ ਜੀ ਕਹਿੰਦੇ ਵੀ ਇਸੇ ਤਰ੍ਹਾਂ ਜਦੋਂ ਜਮਾਂ ਦੀ ਮਾਰ ਪੈਂਦੀ, ਉਸ ਪਾਤਸ਼ਾਹ ਦੀ ਦਰਗਾਹ ਦੇ ਵਿੱਚ ਫਿਰ ਮਨੁੱਖ ਨੂੰ ਕਰੜੀ ਸਜ਼ਾ ਜਿਹੜੀ ਹੈ ਉਹ ਮਿਲਦੀ ਹੈ। ਤਾਂ ਤੇ ਸਤਨਾਮ ਕਰਤਾਰਾ,
ਜਪੋ ਤਾਹੇ ਹੋਏ ਜਗ ਨਿਸਤਾਰਾ। ਕਹਿੰਦੇ ਜਿਹੜੇ ਕਰਤਾਰ ਦਾ ਨਾਮ ਹੈ ਨਾ, ਕਰਤਾਰ ਪੁਰਖ ਦਾ, ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਿਹੜਾ ਹੈ ਉਹੀ ਇਸ ਸੰਸਾਰ ਦੇ ਵਿੱਚ ਸੱਚਾ ਹੈ। ਬਾਕੀ ਇਹ ਸਾਰਾ ਕੁਝ ਜਿਹੜਾ ਹੈ ਝੂਠ ਹੈ। ਜਪੋ ਤਾਏ ਹੋਏ ਜਗ ਨਿਸਤਾਰਾ, ਤੇ ਉਸ ਪਰਮਾਤਮਾ ਦੇ ਨਾਮ ਦੀ ਆਰਾਧਨਾ ਕਰਨ ਦੇ ਨਾਲ, ਸੱਚੇ ਨਾਮ ਦਾ ਸਿਮਰਨ ਕਰਨ ਦੇ ਨਾਲ ਇਸ ਸੰਸਾਰ ਦੇ ਵਿੱਚ ਤੁਸੀਂ ਜਿਹੜਾ ਹੈ ਵਿਕਾਰਾਂ ਦੇ ਪੱਖੋਂ ਛੁਟਕਾਰਾ ਪ੍ਰਾਪਤ ਕਰੋਗੇ, ਤੇ ਇਸ ਦੇ ਨਾਲ ਹੀ ਤੁਹਾਡੀ ਜਿਹੜੀ ਹੈ ਉਹ ਮੁਕਤੀ ਤੁਹਾਨੂੰ ਪ੍ਰਾਪਤ ਹੋਵੇਗੀ। ਦੋਨੋਂ ਲੋਕ ਵਿਖੇ ਰਹਿ ਸੰਗਾ, ਨਿਸ ਦਿਨ ਸਿਮਰੋ ਸੰਗ ਉਮੰਗਾ। ਕਹਿੰਦੇ ਜਿਹੜਾ ਇਹ ਤੁਸੀਂ ਜਨੇਊ ਪਹਿਨਾਉਂਦੇ ਹੋ, ਜਦੋਂ ਕਿਤੇ ਮਨੁੱਖ ਆਤਮਿਕ ਤੌਰ ਦੇ ਉੱਤੇ ਮਰਦਾ ਹੈ, ਇਹ ਤਾਂ ਇਸ ਲੋਕ ਦੇ ਵਿੱਚ ਵੀ ਮਨੁੱਖ ਦਾ ਸਾਥ ਨਹੀਂ ਦਿੰਦਾ। ਜਦੋਂ ਕਿਤੇ ਮਨੁੱਖ ਦੀ ਸੁਰਤ ਦੇ ਵਿੱਚ ਵਿਕਾਰ ਹਾਵੀ ਹੁੰਦੇ ਨੇ, ਮਨੁੱਖ ਦੇ ਉੱਤੇ ਵਿਕਾਰਾਂ ਦਾ ਪ੍ਰਭਾਵ ਪੈਂਦਾ, ਤਾਂ ਮਨੁੱਖ ਉਸ ਵਿਕਾਰਾਂ ਦੇ ਵਸ ਪੈ ਕੇ ਵਿਕਾਰਾਂ ਦਾ ਪ੍ਰਭਾਵ ਕਬੂਲਦਿਆਂ ਸਮਾਜ ਦੇ ਵਿੱਚ ਵੀ ਵਿਚਾਰ ਕਰਦਾ, ਕਿਰਦਾਰ ਤੋਂ ਹੀਣਾ ਵੀ ਹੋ ਜਾਂਦਾ। ਇੱਥੋਂ ਤੱਕ ਵੀ ਦੇਖਦਾ ਹੈ ਵੀ ਚੋਰੀ ਕਰਨ ਦੇ ਵਿੱਚ ਵੀ ਗੁਰੇਜ਼ ਨਹੀਂ ਕਰਦਾ, ਚਾਹੇ ਉਹ ਬਾਹਰੀ ਤੌਰ ਦੇ ਉੱਤੇ ਕਹਿੰਦੇ ਧਾਰਮਿਕ ਲਿਬਾਸ ਪਹਿਨਿਆ ਹੋਵੇ। ਜਦੋਂ ਮਨੁੱਖ ਦੇ ਜੀਵਨ ਦੇ ਵਿੱਚ ਕਿਸੇ ਤਰ੍ਹਾਂ ਦਾ ਵਿਕਾਰ ਹਾਵੀ ਹੋਵੇ ਨਾ, ਵਿਕਾਰਾਂ ਦੇ ਵਸ ਪੈ ਕੇ ਉਹ ਜੀਵਨ ਨਿਰਵਾਹ ਕਰਨਾ ਸ਼ੁਰੂ ਕਰ ਦਿੰਦਾ, ਤਾਂ ਫਿਰ ਉਹ ਵਿਕਾਰਾਂ ਦੀ ਪੂਰਤੀ ਦੇ ਲਈ ਕਾਰਜ ਕਰਦਾ। ਤੇ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਵੀ ਜਿਹੜਾ ਤੁਸੀਂ ਇਹ ਜਨੇਊ ਪਹਿਨਣ ਦੇ ਲਈ ਆਖਦੇ ਹੋ, ਜਦੋਂ ਮਨੁੱਖ ਦੇ ਜੀਵਨ ਦੇ ਵਿੱਚ ਇਹੋ ਜਿਹਾ ਵੀ ਵਿਚਾਰ ਭਰਿਆ ਜੀਵਨ ਆਚਰਣ ਹੈ, ਤਾਂ ਇਹ ਜਨੇਊ ਤਾਂ ਉਸ ਸਮੇਂ ਵੀ ਮਨੁੱਖ ਦਾ ਸਾਥ ਨਹੀਂ ਦੇ ਰਿਹਾ। ਮਨੁੱਖ ਦੀ ਸੁਰਤ ਵੀ ਇਸ ਤਰ੍ਹਾਂ ਮੈਲੀ ਹੈ, ਮਨੁੱਖ ਦੀ ਸੁਰਤ ਹਜੇ ਵੀ ਪਵਿੱਤਰ ਨਹੀਂ ਹੋਈ, ਤਾਂ ਪਰਲੋਕ ਦੇ ਵਿੱਚ ਤਾਂ ਇਸਨੇ ਕੀ ਸਾਥ ਦੇਣਾ, ਭਾਵ ਮਨੁੱਖ ਦੇ ਮਰਨ ਤੋਂ ਬਾਅਦ ਤਾਂ ਇਸ ਦਾ ਕੀ ਸਾਥ ਦੇਣਾ। ਇਸੇ ਤਰ੍ਹਾਂ ਫਿਰ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਕਿ ਇਸ ਸੰਸਾਰ ਦੇ ਵਿੱਚ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਹੀ ਸੱਚਾ ਹੈ। ਉਹ ਪਰਮਾਤਮਾ ਦਾ ਨਾਮ ਦੋਹਾਂ ਯੁੱਗਾਂ ਦੇ ਵਿੱਚ ਰਹਿਣ ਵਾਲਾ ਹੈ। ਦੋਹਾਂ ਯੁੱਗਾਂ ਦੇ ਵਿੱਚ ਉਸ ਪਰਮਾਤਮਾ ਦੇ ਨਾਮ ਦੀ ਸ਼ੋਭਾ ਹੋਵੇਗੀ। ਦੋਹਾਂ ਲੋਕਾਂ ਦੇ ਵਿੱਚ, ਲੋਕ ਦੇ ਵਿੱਚ, ਪਰਲੋਕ ਵਿੱਚ, ਭਾਵ ਇਸ ਚੱਲ ਰਹੇ ਸਮੇਂ ਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਪਰਮਾਤਮਾ ਦਾ ਨਾਮ ਜਿਹੜਾ ਹੈ ਹਮੇਸ਼ਾ ਸਹਾਈ ਹੁੰਦਾ ਹੈ। ਕਹਿੰਦੇ ਨਿਸ ਦਿਨ ਸਿਮਰੋ ਸੰਗ ਉਮੰਗਾ, ਤੇ ਇਸ ਪਰਮਾਤਮਾ ਦੇ ਨਾਮ ਨਾਲ ਜਿਹੜਾ ਜਾਪ ਹੈ ਨਾ, ਉਤਸ਼ਾਹ ਦੇ ਨਾਲ, ਬੜੀ ਲਗਨ ਦੇ ਨਾਲ ਕਹਿੰਦੇ ਕਰਨਾ ਚਾਹੀਦਾ ਹੈ। ਦਿਜ ਬਾਹਜ ਕੀ ਪੀਰ ਸੋ ਪੂਜੀ, ਸੁਨ ਬਚ ਬਿਸਮਿਤਾ ਉਰ ਪੂਰੀ। ਦਿਜ ਦਾ ਭਾਵ ਹੈ ਬਾਹਮਣ, ਤੇ ਬਾਹਜ ਦਾ ਭਾਵ ਹੈ ਖੱਤਰੀ। ਕਹਿੰਦੇ ਖੱਤਰੀਆਂ ਤੇ ਬ੍ਰਾਹਮਣਾਂ ਦੀ ਜਿਹੜੀ ਪਹਾੜੀ ਭੀੜ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਘਰ ਦੇ ਵਿੱਚ ਲੱਗੀ ਹੋਈ ਸੀ ਨਾ, ਸੁਨ ਬਚ ਬਿਸਮਤ ਹੈ ਉਰ ਪੂਰੀ। ਤੇ ਗੁਰੂ ਜੀ ਦੇ ਇਹ ਅਚਰਜ ਬਚਨ ਸੁਣ ਕੇ, ਜੋ ਕੁਝ ਪਾਤਸ਼ਾਹ ਜੀ ਨੇ ਦਲੀਲਾਂ ਦੇ ਨਾਲ ਬਚਨ ਆਖੇ ਸਨ, ਜੋ ਪਾਤਸ਼ਾਹ ਜੀ ਸਵਾਲ ਜਵਾਬ ਕਰਦੇ ਨੇ, ਉਹ ਸਾਰੇ ਦੇ ਸਾਰੇ ਜਿਹੜੇ ਇਹ ਬਚਨ ਉਹਨਾਂ ਲੋਕਾਂ ਨੇ ਸੁਣੇ, ਤੇ ਉਹ ਸਾਰੇ ਦੇ ਸਾਰੇ ਬਚਨ ਸੁਣ ਕੇ ਹੈਰਾਨ ਹੋ ਗਏ। ਕੋ ਨ ਉੱਤਰ ਦੇਨ ਸਮਰਥਾ, ਸਤ ਬਾਤ ਕਿਮ ਕਹੈ ਬਿਰਥਾ। ਕਹਿੰਦੇ ਕੋਈ ਵੀ ਫਿਰ ਜਿਹੜੇ ਉੱਥੇ ਲੋਕ ਖੜੇ ਹੋਏ ਨੇ ਨਾ, ਚਾਹੇ ਵੱਡੇ ਵੱਡੇ ਵਿਦਵਾਨ ਆਏ ਹੋਏ ਸਨ, ਵੇਦਾਂ ਨੂੰ ਚੰਗੀ ਤਰ੍ਹਾਂ ਪੜ੍ਹਨ ਵਾਲੇ ਸਨ, ਵੇਦਾਂ ਦਾ ਗਿਆਨ ਰੱਖਦੇ ਸਨ, ਜੋ ਪਾਤਸ਼ਾਹ ਜੀ ਨੇ ਸਵਾਲ ਕੀਤੇ, ਜੋ ਪਾਤਸ਼ਾਹ ਜੀ ਨੇ ਤਰਕ ਕੀਤੇ, ਉਹਨਾਂ ਤਰਕਾਂ ਦਾ ਕਹਿੰਦੇ ਕਿਸੇ ਨੂੰ ਵੀ ਫਿਰ ਉੱਤਰ ਨਹੀਂ ਆ ਰਿਹਾ। ਕੋ ਨਾ ਉੱਤਰ ਦੇਣ ਸਮਰੱਥਾ, ਕੋਈ ਵੀ ਉੱਥੇ ਪਾਤਸ਼ਾਹ ਜੀ ਦੇ ਇਹਨਾਂ ਸਵਾਲਾਂ ਦਾ ਉੱਤਰ ਦੇਣ ਦੀ ਸਮਰੱਥਾ ਨਹੀਂ ਰੱਖਦਾ। ਸਤ ਬਾਤ ਕਿਮ ਕਹੈ ਬਿਅਰਥਾ, ਤੇ ਸੱਚੀ ਗੱਲ ਜਿਹੜੀ ਪਾਤਸ਼ਾਹ ਜੀ ਨੇ ਆਖੀ ਸੀ, ਜਿਹੜੇ ਪਾਤਸ਼ਾਹ ਜੀ ਦੇ ਬਚਨ ਸੱਚੇ ਸਨ, ਫਿਰ ਕਿਵੇਂ ਕਹਿੰਦੇ ਕਿ ਇਹ ਸਾਰੇ ਦੇ ਸਾਰੇ ਬਚਨ ਜਿਹੜੇ ਨੇ ਵਿਅਰਥ ਨੇ। ਕਿਉਂਕਿ ਸਾਰਿਆਂ ਨੂੰ ਪਤਾ ਸੀ ਵੀ ਇਹ ਜਿਹੜਾ ਜੋ ਪਾਤਸ਼ਾਹ ਜੀ ਨੇ ਜੋ ਵੀ ਸਾਨੂੰ ਦਲੀਲਾਂ ਦਿੱਤੀਆਂ ਨੇ, ਜੋ ਵੀ ਸਵਾਲ ਨੇ, ਜੋ ਵੀ ਇਹਨਾਂ ਦੇ ਮਨ ਦੇ ਬਲਬਲੇ ਸਨ, ਇਹ ਸਾਰੀਆਂ ਗੱਲਾਂ, ਇਹ ਸਾਰੀ ਵਿਚਾਰ ਸੱਚੀ ਹੈ, ਇਸ ਦੇ ਵਿੱਚ ਕੋਈ ਵੀ ਦੋ ਰਾਏ ਨਹੀਂ। ਪੁਨ ਤੇ ਕਾਲ ਜੋ ਕਾਲੂ ਗਿਆਤੀ, ਸੋ ਬੋਲੇ ਨਿਜ ਬਾਤ ਸੁਹਾਤੀ। ਕਹਿੰਦੇ ਫਿਰ ਜਿਹੜੇ ਉਸ ਘਰ ਦੇ ਵਿੱਚ ਮਹਿਤਾ ਕਾਲੂ ਜੀ ਦੇ ਸੰਬੰਧੀ ਜਿਹੜੇ ਸਾਰੇ ਇਕੱਠੇ ਹੋਏ ਸਨ, ਕਾਲੂ ਗਿਆਤੀ ਭਾਵ ਜਿਹੜੇ ਕਾਲੂ ਜੀ ਨੂੰ ਜਾਣਨ ਵਾਲੇ ਸਨ, ਜਿਨ੍ਹਾਂ ਦੇ ਨਾਲ ਕਾਲੂ ਜੀ ਦੀ ਬਹੁਤ ਜਾਣ ਪਹਿਚਾਣ ਸੀ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਦੇ ਜਿਹੜੇ ਸਕੇ ਸੰਬੰਧੀ ਸਨ, ਜਿਹੜੇ ਵੀ ਉਹਨਾਂ ਦੇ ਘਰ ਦੇ ਵਿੱਚ ਇਕੱਠੇ ਹੋ ਕੇ ਬੈਠੇ ਸਨ, ਸੋ ਬੋਲੇ ਨਿਜ ਬਾਤ ਸੁਹਾਤੀ, ਤੇ ਉਹਨਾਂ ਨੇ ਆਪਣੇ ਮਨ ਦੀ ਗੱਲ ਕਹੀ।
ਪਾਤਸ਼ਾਹ ਜੀ ਨੂੰ ਫਿਰ ਉਹ ਵੀ ਆਪਣੇ ਮਨ ਦੀ ਗੱਲ ਆਖਦੇ ਨੇ, ਸੁਣੀਏ ਸ਼੍ਰੀ ਨਾਨਕ ਪਰਬੀਨਾ, ਤੋਰ ਅਤਰਕ ਗਿਰਾ ਰਸ ਪੀਨਾ। ਤੇ ਫਿਰ ਉਹ ਪਾਤਸ਼ਾਹ ਜੀ ਦੀ ਵਡਿਆਈ ਕਰਦੇ ਨੇ ਕਿ ਹੇ ਚਤੁਰ ਨਾਨਕ, ਹੇ ਸਿਆਣੇ ਬਾਲਕ ਜੀ ਸੁਣੋ। ਕਹਿੰਦੇ ਜੋ ਕੁਝ ਵੀ ਆਪ ਜੀ ਨੇ ਤਰਕਾਂ ਦੇ ਨਾਲ, ਦਲੀਲਾਂ ਦੇ ਨਾਲ ਇਹ ਵਿਚਾਰ ਚਰਚਾ ਕੀਤੀ ਹੈ ਨਾ, ਤੁਹਾਡੀ ਜਿਹੜੀ ਇਹ ਵਿਚਾਰ ਚਰਚਾ ਭਰੇ ਇਹ ਜਿਹੜੇ ਬਚਨ ਨੇ, ਕਹਿੰਦੇ ਬਹੁਤ ਮਿੱਠੀ ਬਾਣੀ ਹੈ ਤੁਹਾਡੀ ਰਸਨਾ ਤੋਂ ਜਿਹੜੀ ਉਚਾਰਨ ਹੋਈ ਇਹ ਸਿਫਤ ਸਲਾਹ ਬਾਣੀ ਹੈ ਨਾ। ਜੋ ਕੁਝ ਵੀ ਤੁਸੀਂ ਤਰਕਾਂ ਦੇ ਨਾਲ ਵਿਚਾਰ ਕਰਦੇ ਹੋ, ਦਲੀਲਾਂ ਦੇ ਨਾਲ ਵਿਚਾਰ ਕਰਦੇ ਹੋ, ਇਹ ਬਹੁਤ ਮਿੱਠੀ ਬਾਣੀ ਹੈ। ਤਦਪ ਜੋ ਤਬ ਪਿਤ ਖਰਚਿਓ ਦਰਬਾ, ਜਗਿਆ ਪਵਿੱਤ ਹੇਤ ਲਖ ਸਰਬਾ। ਕਹਿੰਦੇ ਅੱਜ ਤੁਹਾਡੇ ਪਿਤਾ ਜੀ ਨੇ ਜਿਹੜਾ ਇਹ ਸਾਰਾ ਕਾਰਜ ਕੀਤਾ ਹੈ ਨਾ, ਜੋ ਕੁਝ ਵੀ ਪ੍ਰੋਗਰਾਮ ਉਲੀਕਿਆ ਗਿਆ, ਤੇ ਇਹ ਇਸੇ ਕਾਰਜ ਵਾਸਤੇ ਉਲੀਕਿਆ ਗਿਆ ਸੀ ਕਿ ਤੁਹਾਨੂੰ ਇਹ ਜੰਜੂ ਜਿਹੜਾ ਜਨੇਊ ਪਹਿਨਣ ਦੀ ਰਸਮ ਸੀ ਉਹ ਕਰਨੀ ਸੀ। ਇਸ ਰਸਮ ਦੇ ਵਾਸਤੇ ਹੀ ਕਹਿੰਦੇ ਤੁਹਾਡੇ ਪਿਤਾ ਜੀ ਨੇ ਇਹ ਸਾਰਾ ਧਨ ਖਰਚਿਆ ਹੈ, ਤਾਂ ਜੋ ਤੁਹਾਨੂੰ ਚੰਗੇ ਤਰੀਕੇ ਦੇ ਨਾਲ ਜਿਹੜੀ ਰੀਤੀ ਚੱਲੀ ਆ ਰਹੀ ਰਸਮ ਦੇ ਅਨੁਸਾਰ ਇਹ ਜਨੇਊ ਪਹਿਨਣ ਦੀ ਜਿਹੜੀ ਰਸਮ ਹੈ ਉਹ ਨਿਭਾਈ ਜਾਵੇ। ਇਸ ਦੇ ਖਾਤਰ ਉਹ ਸਾਰੇ ਜਿਹੜੇ ਸਕੇ ਸੰਬੰਧੀ ਨੇ ਨਾ, ਪਾਤਸ਼ਾਹ ਜੀ ਨੂੰ ਆਖਦੇ ਨੇ ਕਿ ਤੁਹਾਡੇ ਪਿਤਾ ਜੀ ਨੇ ਸਾਰਾ ਧਨ ਖਰਚਿਆ, ਧਨ ਖਰਚ ਕੇ ਸਾਰੇ ਪ੍ਰਬੰਧ ਕੀਤੇ, ਸਾਰਾ ਕੁਝ ਪ੍ਰੋਗਰਾਮ ਲਿਖਿਆ ਹੈ। ਕਿਸ ਵਾਸਤੇ? ਕੇਵਲ ਤੇ ਕੇਵਲ ਇਹ ਜਨੇਊ ਦੀ ਰਸਮ ਕਰਨ ਵਾਸਤੇ। ਨਹਿ ਪਹਿਰਿਓ ਤਬ ਹੋਏ ਅਕਾਜੋ, ਜੋ ਤੁਮਰੇ ਪਿਤ ਕੀਨ ਸਮਾਜੋ। ਕਹਿੰਦੇ ਜੇਕਰ ਤੁਸੀਂ ਇਹ ਜਨੇਊ ਨਹੀਂ ਪਾਉਂਦੇ, ਜੇਕਰ ਜਨੇਊ ਨਹੀਂ ਧਾਰਨ ਕਰਦੇ, ਤਾਂ ਇਹ ਸਾਰੇ ਦਾ ਸਾਰਾ ਜਿਹੜਾ ਕੀਤਾ ਕਰਾਇਆ ਖੂਹ ਦੇ ਵਿੱਚ ਪੈ ਜਾਵੇਗਾ। ਇਹ ਸਾਰੇ ਦਾ ਸਾਰਾ ਕੀਤਾ ਕਰਾਇਆ ਵਿਅਰਥ ਜਾਵੇਗਾ ਜੇਕਰ ਤੁਸੀਂ ਇਹ ਕਾਰਜ ਨਹੀਂ ਕਰਦੇ। ਕਹਿੰਦੇ ਤੁਹਾਡੇ ਪਿਤਾ ਜੀ ਨੇ ਇਹ ਸਭ ਕੁਝ ਸਮਾਜਿਕ ਰੀਤ ਵਾਸਤੇ, ਜਿਹੜੀਆਂ ਸਮਾਜਿਕ ਰੀਤੀ ਰਿਵਾਜ ਚੱਲੇ ਆ ਰਹੇ ਨੇ ਨਾ, ਉਸ ਦੇ ਵਾਸਤੇ ਹੀ ਕੀਤਾ ਹੈ। ਮੈਂ ਇੱਥੇ ਇੱਕ ਪੱਖ ਆਪ ਜੀ ਦੇ ਨਾਲ ਹੋਰ ਸਾਂਝਾ ਕਰਨਾ ਚਾਹੁੰਦਾ। ਅਸੀਂ ਸਾਰੇ ਜਾਣਦੇ ਹਾਂ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਜਦੋਂ ਉਹਨਾਂ ਦੇ ਪਿਤਾ ਜੀ ਸੱਚਾ ਸੌਦਾ ਕਰਨ ਦੇ ਲਈ ਭੇਜਦੇ ਨੇ ਨਾ, ਤਾਂ ਪਾਤਸ਼ਾਹ ਜੀ ਨੂੰ ਉਸ ਸਮੇਂ ਦੇ ਜਿਹੜੇ 20 ਰੁਪਏ ਅਸੀਂ ਕਹਿ ਦਿੰਦੇ, ਉਸ ਸਮੇਂ ਜਿਹੜੇ 20 ਰੁਪਇਆਂ ਦੀ ਥਾਂ ਤੇ ਰਜਤ ਪੰਨ ਸਨ। ਕਿਉਂਕਿ ਹਰੇਕ ਜਿਹੜਾ ਵੀ ਬਾਦਸ਼ਾਹ ਆਇਆ ਉਸਨੇ ਆਪਣੇ ਨਾਮ ਦੇ ਸਿੱਕੇ ਵੀ ਜਾਰੀ ਕੀਤੇ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਂ ਆਉਂਦਾ ਤਾਂ ਉਹਨਾਂ ਨੇ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਮ ਦੇ ਉੱਤੇ ਸਿੱਕੇ ਜਾਰੀ ਕੀਤੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ, ਅਸੀਂ ਅੱਜ ਵੀ ਸਮੇਂ ਦੇ ਵਿੱਚ ਵੀ ਕਈਆਂ ਨੇ ਜਿਨ੍ਹਾਂ ਨੇ ਉਹ ਸਿੱਕੇ ਸੰਭਾਲੇ ਨੇ, ਜਿਹੜੇ ਇਤਿਹਾਸ ਦੀ ਖੋਜ ਕਰਦੇ ਨੇ, ਜਿਹੜੇ ਖੋਜੀ ਨੇ, ਉਹਨਾਂ ਦੇ ਕੋਲ ਅੱਜ ਵੀ ਦੇਖਣ ਨੂੰ ਮਿਲ ਜਾਣਗੇ। ਜਦੋਂ ਪਾਤਸ਼ਾਹ ਜੀ ਨੂੰ ਮਹਿਤਾ ਕਾਲੂ ਜੀ ਨੇ ਸੱਚਾ ਸੌਦਾ ਕਰਨ ਦੇ ਵਾਸਤੇ ਭੇਜਿਆ, 20 ਰਜਤ ਪੰਨ ਜਿਹੜੀ ਉਸ ਸਮੇਂ ਕਰੰਸੀ ਸੀ ਉਹ ਪਾਤਸ਼ਾਹ ਜੀ ਨੂੰ ਦਿੱਤੀ। ਹਾਲਾਂਕਿ ਇੱਕ ਵਿਚਾਰਧਾਰਾ ਸੀ ਪਾਤਸ਼ਾਹ ਜੀ ਦੀ ਦੂਰ ਅੰਦੇਸ਼ੀ ਕਹਿ ਲਓ, ਉਹ ਜਿਹੜੇ ਭੁੱਖੇ ਸਾਧੂਆਂ ਨੂੰ ਪਾਤਸ਼ਾਹ ਜੀ ਨੇ ਪ੍ਰਸ਼ਾਦਾ ਛਕਾਇਆ, ਅਸਲ ਦੇ ਵਿੱਚ ਦੁਨੀਆ ਦੇ ਤੌਰ ਦੇ ਉੱਤੇ ਨਾਮ ਤਾਂ ਰੱਬ ਦਾ ਲੈਂਦੇ ਸਨ, ਪਰ ਪਾਤਸ਼ਾਹ ਜੀ ਦੇਖਦੇ ਨੇ ਕਿ ਉਹ ਸਾਰੀ ਜਗਤ ਦੇ ਵਿੱਚ ਰਹਿ ਕੇ, ਜਗਤ ਤੋਂ ਉਪਰਾਮ ਰਹਿ ਕੇ, ਆਪਣਾ ਗ੍ਰਹਿਸਥ ਜੀਵਨ ਜਿਹੜਾ ਸੀ ਤਿਆਗ ਕੇ, ਆਪਣਾ ਘਰ-ਬਾਰ ਛੱਡ ਕੇ ਜੰਗਲਾਂ ਦੇ ਵਿੱਚ ਕਿਤੇ ਜਾ ਰਹੇ ਨੇ, ਜਾਂ ਕਿਤੇ ਖਾਸ ਥਾਂ ਦੇ ਉੱਤੇ ਜਾ ਕੇ ਘੁੰਮ ਫਿਰ ਕੇ ਮੰਗ ਕੇ ਖਾਂਦੇ ਨੇ। ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਇਕੱਤਰ ਕਰਕੇ ਜਿੱਥੇ ਉਹਨਾਂ ਦੇ ਪ੍ਰਸ਼ਾਦੇ ਪਾਣੀ ਦੀ ਤ੍ਰਿਪਤੀ ਕੀਤੀ। ਇਹ ਪਾਤਸ਼ਾਹ ਜੀ ਦੀ ਦੂਰ ਅੰਦੇਸ਼ੀ ਸੀ, ਇੱਕ ਤਰ੍ਹਾਂ ਦਾ ਉਹਨਾਂ ਨੂੰ ਸਮਝਾਉਣ ਦੇ ਲਈ ਵੀ ਪਾਤਸ਼ਾਹ ਜੀ ਨੇ ਇਹ ਕਾਰਜ ਕੀਤਾ ਸੀ। ਸਭ ਤੋਂ ਪਹਿਲਾਂ ਉਹਨਾਂ ਦੇ ਤਨ ਦੀ ਪੂਰਤੀ ਕੀਤੀ, ਕਿਉਂਕਿ ਜੇਕਰ ਮਨੁੱਖ ਦੇ ਤਨ ਦੀ ਪੂਰਤੀ ਨਹੀਂ ਹੋਵੇਗੀ, ਉਸ ਦੀ ਭੁੱਖ ਦੀ ਤ੍ਰਿਪਤੀ ਨਹੀਂ ਹੋਵੇਗੀ, ਤਾਂ ਉਹ ਕਿਸੇ ਵੀ ਕਾਰਜ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਕੰਮ ਨਹੀਂ ਕਰ ਸਕਦਾ। ਅਸੀਂ ਵੀ ਜੇਕਰ ਕੋਈ ਕੰਮ ਕਰਨਾ ਹੋਵੇ ਨਾ, ਕੰਮ ਕਰਦੇ ਕਰਦੇ ਜੇਕਰ ਅਸੀਂ ਪੇਟ ਤੋਂ ਭੁੱਖੇ ਹੋਈਏ, ਅਸੀਂ ਕੁਝ ਨਾ ਖਾਧਾ ਹੋਵੇ, ਤਾਂ ਸਾਡਾ ਕੰਮ ਕਰਨ ਨੂੰ ਚਿੱਤ ਨਹੀਂ ਕਰਦਾ। ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ, ਬਿਠਾ ਕੇ ਚੰਗੀ ਤਰ੍ਹਾਂ ਉਹਨਾਂ ਦੀ ਆਓ ਭਗਤ ਕੀਤੀ, ਸੇਵਾ ਕੀਤੀ, ਤੇ ਨਾਲ ਹੀ ਨਾਲ ਜਿਹੜਾ ਪਾਤਸ਼ਾਹ ਜੀ ਨੇ ਬਾਅਦ ਦੇ ਵਿੱਚ ਉਪਦੇਸ਼ ਦਿੱਤਾ, ਉਹ ਮੇਨ ਮਕਸਦ ਸੀ ਪਾਤਸ਼ਾਹ ਜੀ ਦਾ ਉਹਨਾਂ ਦਾ ਪ੍ਰਸ਼ਾਦਾ ਛਕਾਉਣ ਦੇ ਲਈ, ਕਿ ਤੁਸੀਂ ਜਿੱਥੇ ਦੁਨਿਆਵੀ ਤੌਰ ਦੇ ਉੱਤੇ ਘੁੰਮਦੇ ਫਿਰਦੇ ਹੋ, ਘਰ ਪਰਿਵਾਰ ਛੱਡ ਕੇ ਤੇ ਇਹ ਮੰਗ ਕੇ ਖਾਂਦੇ ਹੋ, ਪਾਤਸ਼ਾਹ ਜੀ ਨੇ ਫਿਰ ਉਹਨਾਂ ਨੂੰ ਸਮਝਾਉਣਾ ਕੀਤਾ ਕਿ ਘਰ ਪਰਿਵਾਰ ਦੇ ਵਿੱਚ ਰਹਿੰਦਿਆਂ ਵੀ ਪਰਮਾਤਮਾ ਦੀ ਬੰਦਗੀ ਕੀਤੀ ਜਾ ਸਕਦੀ। ਜ਼ਰੂਰੀ ਨਹੀਂ ਕਿ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਈ ਘਰ-ਬਾਰ ਤਿਆਗਣਾ ਪਵੇਗਾ। ਤੁਸੀਂ ਆਪਣੇ ਘਰ-ਬਾਰ ਦੇ ਵਿੱਚ ਰਹਿੰਦੇ ਹੋ, ਆਪਣੇ ਧੀਆਂ ਪੁੱਤਰਾਂ ਦੀ ਚੰਗੀ ਤਰ੍ਹਾਂ ਪਰਵਰਿਸ਼ ਕੀਤੀ, ਉਹਨਾਂ ਦੀ ਵਿੱਦਿਆ ਦਾ ਪ੍ਰਬੰਧ ਕੀਤਾ,
ਚੰਗਾ ਉਹਨਾਂ ਨੂੰ ਜੀਵਨ ਜਿਉਣਾ ਸਿਖਾ ਦਿੱਤਾ। ਇਹ ਸਾਰਾ ਕੁਝ ਕਰਦਿਆਂ ਕਰਦਿਆਂ ਪ੍ਰਮਾਤਮਾ ਦੇ ਨਾਲ ਚਿੱਤ ਜੋੜੀ ਰੱਖੋਗੇ ਤਾਂ ਤੁਸੀਂ ਪ੍ਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹੋ। ਇਹ ਪਾਤਸ਼ਾਹ ਜੀ ਦਾ ਜਿਹੜਾ ਸਿਧਾਂਤ ਸੀ, ਇਹ ਬਹੁਤ ਵੱਡਾ ਸਿਧਾਂਤ ਸੀ। ਇਸੇ ਤਰ੍ਹਾਂ ਹੁਣ ਮਹਿਤਾ ਕਾਲੂ ਜੀ ਦੇ ਜਿਹੜੇ ਨਾਲ ਦੇ ਸੰਬੰਧੀ ਨੇ, ਉਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਸਮਝਾਉਂਦੇ ਨੇ ਵੀ ਤੁਹਾਡੇ ਪਿਤਾ ਜੀ ਨੇ ਲੋਕਾਂ ਦੇ ਲਈ ਜਿਹੜੇ ਵੀ ਇਕੱਠੇ ਕੀਤੇ ਨੇ, ਉਹਨਾਂ ਦੇ ਖਾਣ ਪੀਣ ਦੇ ਵਾਸਤੇ ਚੰਗਾ ਪ੍ਰਬੰਧ ਕੀਤਾ, ਚੰਗਾ ਧਨ ਦੌਲਤ ਖਰਚਿਆ। ਹੁਣ ਇੱਥੇ ਇੱਕ ਸਵਾਲ ਵੀ ਪੈਦਾ ਹੋ ਜਾਂਦਾ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਜੋ ਵਿਚਾਰਧਾਰਾ ਸੀ ਕਿ ਪਿਤਾ ਜੀ ਉਹਨਾਂ ਦੇ ਨਾਲ ਸਹਿਮਤ ਨਹੀਂ ਹੋਣਗੇ, ਸਹਿਮਤ ਸੀ। ਉਹੀ ਇੱਕ ਕਹਿ ਦਈਏ ਵੀ ਇੱਕ ਤਰ੍ਹਾਂ ਦਾ ਪ੍ਰੋਗਰਾਮ ਲਿਖਿਆ ਗਿਆ, ਸਾਰਿਆਂ ਨੂੰ ਪਹਿਲਾਂ ਦਾਵਤ ਦੇ ਕੇ ਬੁਲਾਇਆ ਗਿਆ। ਇੱਕ ਪਾਤਸ਼ਾਹ ਜੀ ਦੀ ਕਹਿ ਦਈਏ ਵੀ ਪਾਤਸ਼ਾਹ ਜੀ ਦੀ ਸੋਚ ਸੀ, ਉਹ ਸਾਰਿਆਂ ਨੂੰ ਇਕੱਤਰ ਕੀਤਾ ਗਿਆ। ਕਿਉਂਕਿ ਆਮ ਤੌਰ ਦੇ ਉੱਤੇ ਦੇਖੀਏ ਵੀ ਜਿੱਥੇ ਖਾਣ ਪੀਣ ਦਾ ਪ੍ਰਬੰਧ ਹੋਵੇ ਨਾ, ਖਾਣ ਪੀਣ ਦਾ ਚੰਗਾ ਪ੍ਰਬੰਧ ਹੋਵੇ, ਸਾਰਾ ਸਮਾਜ ਉੱਧਰ ਨੂੰ ਭੱਜਿਆ ਜਾਂਦਾ। ਤੇ ਇਹ ਇੱਕ ਤਰ੍ਹਾਂ ਦਾ ਕਨਸੈਪਟ ਸੀ, ਸਾਰਿਆਂ ਨੂੰ ਇਕੱਤਰ ਕੀਤਾ ਗਿਆ, ਉਹ ਸਾਰਾ ਪ੍ਰਬੰਧ ਕੀਤਾ ਗਿਆ। ਜੋ ਪਾਤਸ਼ਾਹ ਜੀ ਨੇ ਸੰਦੇਸ਼ ਦੇਣਾ ਸੀ, ਉਹ ਸੰਦੇਸ਼ ਦੇ ਨਾਲ ਅਸੀਂ ਜੁੜਨਾ ਹੈ। ਲੋਕ ਕਹਿ ਰਹੇ ਨੇ ਵੀ ਤੁਹਾਡੇ ਪਿਤਾ ਜੀ ਨੇ ਖਰਚਾ ਕਰ ਦਿੱਤਾ, ਧਨ ਦੀ ਬਰਬਾਦੀ ਹੋ ਗਈ, ਇਸ ਪਿਤਾ ਦੀ ਲਾਜ ਰੱਖ ਲਓ, ਇਹ ਧਨ ਸਾਰਾ ਕੁਝ ਵਰਤਿਆ ਹੋਇਆ ਵਿਅਰਥ ਜਾਵੇਗਾ ਜੇਕਰ ਤੁਸੀਂ ਜਨੇਊ ਨਹੀਂ ਧਾਰਨ ਕਰੋਗੇ। ਪਰ ਪਾਤਸ਼ਾਹ ਜੀ ਨੇ ਉੱਥੇ ਨਗਰ ਦੇ ਲੋਕ ਸਾਰੇ ਇਕੱਠੇ ਹੋਏ ਨੇ, ਖੱਤਰੀਆਂ ਦੇ ਜਿਹੜੇ ਵਿਦਵਾਨ ਨੇ, ਜਿਹੜੇ ਵੇਦਾਂ ਨੂੰ ਪੜ੍ਹਨ ਵਾਲੇ ਨੇ, ਜਿਹੜੇ ਬ੍ਰਾਹਮਣ ਨੇ, ਪੰਡਤ ਨੇ, ਪੁਜਾਰੀ ਨੇ, ਉਹ ਵੀ ਸਾਰੇ ਉੱਥੇ ਇਕੱਤਰ ਹੋਏ ਨੇ। ਪਰ ਪਾਤਸ਼ਾਹ ਜੀ ਨੇ ਜਿਹੜਾ ਸੰਦੇਸ਼ ਦੇਣਾ ਸੀ ਨਾ, ਉਹ ਪਾਤਸ਼ਾਹ ਜੀ ਨੇ ਸੰਦੇਸ਼ ਉਹਨਾਂ ਨੂੰ ਦੇ ਦਿੱਤਾ ਕਿ ਹੇ ਪੰਡਤ, ਹੇ ਬ੍ਰਾਹਮਣ, ਹੇ ਦੁਨੀਆ ਦੇ ਲੋਕੋ, ਦੁਨਿਆਵੀ ਤੌਰ ਦੇ ਉੱਤੇ ਤੁਸੀਂ ਧਾਰਮਿਕ ਕਰਮ ਕਾਜ ਕਰਦੇ ਹੋ, ਧਰਮ ਦੇ ਨਾਮ ਦੇ ਉੱਤੇ ਅਨੇਕਾਂ ਤਰ੍ਹਾਂ ਦੇ ਕਰਮ ਕਰਦੇ ਹੋ, ਤੁਹਾਨੂੰ ਮੁਬਾਰਕ। ਤੁਸੀਂ ਆਪਣੇ ਆਪਣੇ ਧਰਮ ਦੇ ਵਿੱਚ ਪੱਕੇ ਰਹੋ। ਪਾਤਸ਼ਾਹ ਜੀ ਨੇ ਕਿਸੇ ਨੂੰ ਵੀ ਧਰਮ ਤਬਦੀਲ ਕਰਨ ਦੇ ਲਈ ਜ਼ੋਰ ਨਹੀਂ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਮੇਂ ਵੀ ਪਾਤਸ਼ਾਹ ਜੀ ਦੇ ਨਾਲ ਜਿੱਥੇ ਮੁਸਲਮਾਨ ਪੀਰ ਫਕੀਰ ਆ ਕੇ ਵੀ ਜੰਗਾਂ ਯੁੱਧਾਂ ਦੇ ਵਿੱਚ ਵੀ ਸਾਥ ਦਿੰਦੇ ਨੇ, ਜਿਸ ਤਰ੍ਹਾਂ ਅਸੀਂ ਇਤਿਹਾਸ ਦੇ ਵਿੱਚ ਜ਼ਿਕਰ ਵੀ ਪੜ੍ਹਦੇ ਹਾਂ ਪੀਰ ਬੁੱਧੂ ਸ਼ਾਹ ਜੀ ਦਾ। ਫਿਰ ਜਿੱਥੇ ਪਾਤਸ਼ਾਹ ਜੀ ਨੇ ਕਵੀ ਦਰਬਾਰ ਵੀ ਲਗਾਏ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਮੇਂ ਜਿਹੜੇ ਕਵੀ ਨੇ ਉਹਨਾਂ ਦੇ ਵਿੱਚ ਬ੍ਰਾਹਮਣ ਵੀ ਨੇ, ਪਰ ਪਾਤਸ਼ਾਹ ਜੀ ਨੇ ਕਿਸੇ ਨੂੰ ਵੀ ਧੱਕੇ ਦੇ ਨਾਲ, ਜ਼ੋਰ ਦੇ ਨਾਲ ਉਹਨਾਂ ਦੇ ਧਰਮ ਦੀ ਤਬਦੀਲੀ ਨਹੀਂ ਕਰਵਾਈ। ਸਗੋਂ ਇਹ ਸਮਝਾਉਣਾ ਕੀਤਾ ਗੁਰਬਾਣੀ ਦੇ ਪ੍ਰਥਾਏ ਵੀ ਜੇਕਰ ਤੁਸੀਂ ਆਪਣੇ ਕਰਮ ਦੇ ਨਾਲ ਨਾਲ, ਧਾਰਮਿਕ ਕਰਮ ਦੇ ਨਾਲ ਨਾਲ ਆਪਣਾ ਆਚਰਣ ਵੀ ਚੰਗਾ ਕਰਦੇ ਹੋ, ਤਾਂ ਤੁਸੀਂ ਜੇਕਰ 5 ਨਮਾਜ਼ਾਂ ਪੜ੍ਹਦੇ ਹੋ, 5 ਨਮਾਜ਼ਾਂ ਪੜ੍ਹਨ ਦੇ ਨਾਲ ਨਾਲ ਤੁਹਾਡੇ ਜੀਵਨ ਦੇ ਵਿੱਚ ਸੱਚ ਹੈ, ਇਮਾਨਦਾਰੀ ਹੈ, ਸਬਰ ਸੰਤੋਖ ਹੈ, ਤਾਂ ਤੁਹਾਡੀਆਂ ਪੜ੍ਹੀਆਂ ਹੋਈਆਂ 5 ਨਮਾਜ਼ਾਂ ਵੀ ਪ੍ਰਵਾਨ ਨੇ ਤੇ ਤੁਸੀਂ ਸੱਚੇ ਮੁਸਲਮਾਨ ਵੀ ਹੋ। ਤੇ ਫਿਰ ਨਾਲ ਹੀ ਨਾਲ ਪਾਤਸ਼ਾਹ ਜੀ ਨੇ ਇਹ ਜਨੇਊ ਦਾ ਤੱਥ ਵੀ ਰੱਖਿਆ ਵੀ ਤੁਸੀਂ ਧਾਗੇ ਦਾ ਬਣਿਆ ਹੋਇਆ ਜਨੇਊ ਧਾਰਨ ਕਰਦੇ ਹੋ, ਕਪਾਹ ਦਾ ਕੱਤਿਆ ਹੋਇਆ ਇਹ ਜਨੇਊ ਧਾਰਨ ਕਰਦੇ ਹੋ। ਇਸ ਦੇ ਨਾਲ ਨਾਲ ਤੁਸੀਂ ਜਦੋਂ ਜਨੇਊ ਨੂੰ ਧਾਰਨ ਕਰਦੇ ਹੋ, ਚੇਤੇ ਰੱਖਣਾ ਤੁਹਾਡੇ ਜੀਵਨ ਦੇ ਵਿੱਚ ਦਇਆ ਹੋਣੀ ਚਾਹੀਦੀ, ਸਬਰ, ਸੰਤੋਖ, ਸੱਚ, ਇਮਾਨਦਾਰੀ, ਇਹ ਚੰਗੇ ਗੁਣ ਹੋਣੇ ਚਾਹੀਦੇ ਨੇ। ਤਾਂ ਹੀ ਇਹ ਤੁਹਾਡਾ ਜਨੇਊ ਪਾਇਆ ਹੋਇਆ ਪ੍ਰਵਾਨ ਹੈ। ਕਿ ਪਾਤਸ਼ਾਹ ਜੀ ਫਿਰ ਗੁਰਬਾਣੀ ਦੇ ਨਾਲ ਫਰਮਾਨ ਦਿੰਦੇ ਹੋਏ ਸਮਝਾਉਂਦੇ ਨੇ ਵੀ ਇਹ ਜਨੇਊ ਤਾਂ ਸਮੇਂ ਦੇ ਨਾਲ ਨਾਲ ਜੇਕਰ ਮੈਲਾ ਹੋ ਜਾਵੇ, ਤੁਸੀਂ ਇਹਨੂੰ ਉਤਾਰ ਕੇ ਫਿਰ ਨਵਾਂ ਪਹਿਨ ਲੈਂਦੇ ਹੋ। ਪਰ ਤੁਹਾਡੇ ਜੀਵਨ ਦੇ ਵਿੱਚ ਜਿਹੜੇ ਚੰਗੇ ਗੁਣ ਨੇ ਨਾ, ਉਹ ਚੰਗੇ ਗੁਣ ਸਦਾ ਵਾਸਤੇ ਤੁਹਾਡੇ ਨਾਲ ਜਾਣੇ ਨੇ। ਜੇਕਰ ਤੁਸੀਂ ਇਸ ਸੰਸਾਰ ਦੇ ਵਿੱਚ ਨਹੀਂ ਵੀ ਰਹੇ, ਇੱਕ ਨਾ ਇੱਕ ਦਿਨ ਇਸ ਸੰਸਾਰ ਨੂੰ ਤੁਸੀਂ ਅਲਵਿਦਾ ਕਹਿ ਜਾਣਾ। ਪਰ ਯਾਦ ਰੱਖਣਾ ਤੁਹਾਡਾ ਚੰਗਾ ਕੀਤਾ ਹੋਇਆ, ਪਰਮਾਤਮਾ ਦੀ ਕੀਤੀ ਹੋਈ ਬੰਦਗੀ, ਪਰਮਾਤਮਾ ਦਾ ਜਪਿਆ ਹੋਇਆ ਨਾਮ ਤੁਹਾਡੇ ਨਾਲ ਜਾਣਾ, ਨਾ ਕਿ ਇਹ ਬਾਹਰੀ ਤੌਰ ਦੇ ਉੱਤੇ ਧਰਮ ਦਾ ਲਿਬਾਸ ਤੁਹਾਡੇ ਨਾਲ ਜਾਂਦਾ। ਇਹ ਤਾਂ ਇੱਥੇ ਤੁਹਾਡੇ ਨਾਲ ਹੀ ਸੜ ਕੇ ਸਰੀਰ ਦੇ ਨਾਲ ਸਵਾਹ ਹੋ ਜਾਣਾ। ਇਹ ਪਾਤਸ਼ਾਹ ਜੀ ਦੀ ਇੱਕ ਬਹੁਤ ਵੱਡੀ ਦੂਰ ਅੰਦੇਸ਼ੀ ਸੀ, ਜਿਸ ਦੇ ਪਰਥਾਏ ਸਮੂਹ ਪਰਿਵਾਰ ਦੇ ਨਾਲ ਰਲ ਮਿਲ ਕੇ ਇੱਕ ਬਹੁਤ ਵੱਡਾ ਆਯੋਜਨ ਕੀਤਾ ਗਿਆ। ਕਿਉਂਕਿ ਆਪ ਜੀ ਦੇ ਨਾਲ ਪਹਿਲਾਂ ਵੀ ਵਿਚਾਰ ਸਾਂਝੇ ਕੀਤੇ ਸਨ ਜਦੋਂ ਇਹ ਪ੍ਰਸੰਗ ਅਸੀਂ ਆਰੰਭ ਕੀਤਾ ਸੀ, ਜਿਹੜੇ ਅੱਜ ਦੇ ਸਮੇਂ ਦੇ ਵਿੱਚ ਵੀ ਹੋ ਸਕਦਾ ਹੈ। ਪਰ ਪੁਰਾਣੇ ਸਮਿਆਂ ਦੇ ਵਿੱਚ, ਅੱਜ ਦੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਵਿਆਹ ਸ਼ਾਦੀ ਦਾ ਪ੍ਰੋਗਰਾਮ ਰੱਖਿਆ ਜਾਂਦਾ ਨਾ, ਇਸੇ ਤਰ੍ਹਾਂ ਜਨੇਊ ਪਹਿਨਣ ਦੀ ਰਸਮ ਅਦਾ ਕੀਤੀ ਜਾਂਦੀ ਸੀ। ਸਾਰੇ ਇਲਾਕੇ ਦੇ ਲੋਕ ਇਕੱਠੇ ਕੀਤੇ ਜਾਂਦੇ ਸਨ, ਸਾਰਿਆਂ ਨੂੰ ਸੱਦਾ ਪੱਤਰ ਭੇਜਿਆ ਜਾਂਦਾ ਸੀ, ਸਾਰੇ ਰਿਸ਼ਤੇਦਾਰ ਬੁਲਾਏ ਜਾਂਦੇ ਸਨ। ਹੁਣ ਕੱਲੇ ਨੂੰ ਇਸ ਤਰ੍ਹਾਂ ਜੇਕਰ ਜਾਂਦੇ ਸਮਾਂ ਵੱਧ ਲੱਗ ਜਾਣਾ ਸੀ ਸਮਝਾਉਣ ਦੇ ਵਿੱਚ। ਸਾਰੇ ਇਕੱਠੇ ਸਨ, ਧਾਰਮਿਕ ਵਿਰਤੀ ਵਾਲੇ ਲੋਕ ਵੀ ਇਕੱਠੇ ਸਨ, ਨਗਰ ਦੇ ਹੋਰ ਜਿਹੜੇ ਉੱਚੇ ਅਹੁਦਿਆਂ ਤੇ ਬੈਠੇ ਹੋਏ ਸਰਕਾਰੀ ਦਰਬਾਰੇ ਜਿਨ੍ਹਾਂ ਦੀ ਪਹੁੰਚ ਸੀ, ਉਹ ਲੋਕ ਵੀ ਉੱਥੇ ਇਕੱਠੇ ਹੋਏ ਸਨ। ਪਾਤਸ਼ਾਹ ਜੀ ਦਾ ਸੰਦੇਸ਼
ਉਹਨਾਂ ਤੱਕ ਪਹੁੰਚਣਾ ਜ਼ਰੂਰੀ ਸੀ। ਇਸੇ ਕਰਕੇ ਪਾਤਸ਼ਾਹ ਜੀ ਨੇ ਉਸ ਦਿਨ ਹੀ ਸਾਰਿਆਂ ਨੂੰ ਸੰਦੇਸ਼ ਦਿੱਤਾ ਕਿ ਤੁਹਾਡੇ ਜੀਵਨ ਦੇ ਵਿੱਚ ਇਹ ਸਾਰਾ ਕੁਝ ਹੋਣਾ ਜ਼ਰੂਰੀ ਹੈ। ਇਸੇ ਤਰ੍ਹਾਂ ਉਹ ਸਮਾਜ ਦੇ ਲੋਕ ਪਾਤਸ਼ਾਹ ਜੀ ਨੂੰ ਸਮਝਾਉਣਾ ਕਰਦੇ ਨੇ ਕਿ ਜਿਹੜੇ ਵੀ ਇਹ ਸਾਰਾ ਕੁਝ ਤੁਹਾਡੇ ਪਿਤਾ ਜੀ ਨੇ ਕਾਰਜ ਕੀਤਾ ਹੈ, ਇਹ ਸਾਰੇ ਦਾ ਸਾਰਾ ਵਿਅਰਥ ਜਾਵੇਗਾ। ਤੁਹਾਡੇ ਪਾਤਸ਼ਾਹ ਜੀ ਨੇ, ਤੁਹਾਡੇ ਪਿਤਾ ਜੀ ਨੇ ਸਮਾਜਿਕ ਰੀਤੀ ਰਿਵਾਜ ਦੇ ਅਨੁਸਾਰ ਹੀ ਸਾਰਾ ਕੁਝ ਕੀਤਾ ਹੈ। ਦਿਜ ਬਾਹਜ ਸਭ ਤੁਮ ਘਰ ਆਵਾ, ਪਹਿਰੋ ਜੰਜੂ ਜਗਤ ਸੁਹਾਵਾ। ਤੇ ਕਹਿੰਦੇ ਦਿਜ ਦਾ ਭਾਵ ਬ੍ਰਾਹਮਣ, ਬਾਹਜ ਦਾ ਭਾਵ ਖੱਤਰੀ। ਕਹਿੰਦੇ ਬ੍ਰਾਹਮਣ ਵੀ ਤੁਹਾਡੇ ਘਰ ਆਏ ਨੇ, ਖੱਤਰੀ ਵੀ ਤੁਹਾਡੇ ਘਰ ਆਏ ਨੇ। ਤੁਹਾਡੇ ਪਿਤਾ ਜੀ ਨੇ ਨਿਉਂਦਾ ਭੇਜਿਆ ਸੀ ਨਾ, ਉਹ ਸਾਰੇ ਤੁਹਾਡੇ ਪਿਤਾ ਜੀ ਦੇ ਸੱਦੇ ਨੂੰ ਕਬੂਲ ਕਰਦਿਆਂ ਹੋਇਆਂ ਤੁਹਾਡੇ ਘਰ ਦੇ ਵਿੱਚ ਪਹੁੰਚੇ ਨੇ। ਤੁਹਾਡੇ ਘਰ ਦੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਗਾਉਣ ਦੇ ਵਾਸਤੇ ਆਪਣਾ ਕੰਮਕਾਜ ਛੱਡ ਕੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਹੈ। ਪਹਿਰੋ ਜੰਜੂ ਜਗਤ ਸੁਹਾਵਾ। ਤੇ ਕਹਿੰਦੇ ਜਨੇਊ ਪਹਿਨ ਲਵੋ, ਜਨੇਊ ਪਹਿਨ ਕੇ ਤੁਸੀਂ ਕਹਿੰਦੇ ਜਗਤ ਦੇ ਵਿੱਚ ਸ਼ੋਭਾ ਖੱਟੋਗੇ। ਹੁਣ ਸਾਰੇ ਦੇ ਸਾਰੇ ਲੋਕ ਉਹਨਾਂ ਦੇ ਦੁਆਲੇ ਹੋ ਗਏ, ਸਾਰੇ ਸਕੇ ਸੰਬੰਧੀ ਪਾਤਸ਼ਾਹ ਜੀ ਦੀ ਵਿਚਾਰਧਾਰਾ ਦੇ ਨਾਲ ਸਹਿਮਤ ਤਾਂ ਬਹੁਤ ਜਾਣੇ ਹੋ ਗਏ, ਪਰ ਕਿਤੇ ਨਾ ਕਿਤੇ ਉਹੀ ਫਿਰ ਜਿੱਥੇ ਪਹਿਲਾਂ ਪਾਤਸ਼ਾਹ ਜੀ ਆਖਦੇ ਨੇ ਕਿ ਮੈਂ ਤੁਹਾਡੀ ਲਾਜ ਦੀ ਕਿਉਂ ਪਰਵਾਹ ਕਰਾਂ, ਜਿਹੜੀ ਗੱਲ ਸੱਚੀ ਹੈ, ਜਿਹੜੀ ਗੱਲ ਹਿੱਕ ਠੋਕ ਕੇ ਕਹਿਣੀ ਹੈ ਤਾਂ ਉਹ ਕਹਿਣੀ ਹੈ। ਕਿਉਂਕਿ ਇਹ ਜਨੇਊ ਸਮਾਜ ਦੇ ਵਿੱਚ ਵੰਡੀਆਂ ਪਾ ਰਿਹਾ। ਉਸ ਅਕਾਲ ਪੁਰਖ ਦੇ ਵੱਲੋਂ ਭੇਜੇ ਹੋਏ ਸਾਰੇ ਜੀਵ ਨੇ ਕੋਈ ਵੀ ਜਾਤ ਵੰਡ ਦੇ ਵਰਨ ਦੇ ਅਨੁਸਾਰ ਪਰਮਾਤਮਾ ਨੇ ਨਹੀਂ ਪੈਦਾ ਕੀਤਾ। ਜੇਕਰ ਪਰਮਾਤਮਾ ਨੂੰ ਚੰਗਾ ਲੱਗਦਾ ਹੁੰਦਾ ਕਿ ਨੀਵੇਂ ਜਾਤ ਦੇ ਲੋਕ ਨੇ, ਵੱਡੀਆਂ ਜਾਤਾਂ ਦੇ ਲੋਕ ਨੇ, ਤਾਂ ਪਰਮਾਤਮਾ ਆਪ ਜਾਤਾਂ ਪੈਦਾ ਕਰਦਾ। ਪਰਮਾਤਮਾ ਨੇ ਤਾਂ ਇਨਸਾਨ ਪੈਦਾ ਕੀਤਾ, ਇਨਸਾਨ ਨੇ ਬਾਅਦ ਦੇ ਵਿੱਚ ਧਰਮ ਆਪੋ ਆਪਣੇ ਚਲਾ ਲਏ, ਇਨਸਾਨ ਨੇ ਬਾਅਦ ਦੇ ਵਿੱਚ ਆਪਣੀਆਂ ਜਾਤਾਂ ਦਾ ਜਿਹੜਾ ਸੀ ਉਹ ਦੌਰ ਸ਼ੁਰੂ ਕਰ ਦਿੱਤਾ। ਹੁਣ ਇੱਕ ਸਵਾਲ, ਇੱਕ ਪੱਖ ਮੈਂ ਆਪ ਜੀ ਦੇ ਨਾਲ ਹੋਰ ਸਾਂਝਾ ਕਰ ਦਵਾਂ। ਆਮ ਤੌਰ ਦੇ ਉੱਤੇ ਹੁਣ ਕਈ ਵਾਰੀ ਸਾਡੇ ਨਾਲ, ਕਿਉਂਕਿ ਇਹੋ ਜੀ ਲਾਈਨ ਹੈ ਪ੍ਰਚਾਰਕ ਦੀ, ਬਥੇਰੀ ਵਾਰ ਸਵਾਲ ਜਵਾਬ ਇਹੋ ਜਿਹੇ ਹੁੰਦੇ ਨੇ ਕਿ ਜੇਕਰ ਜਨੇਊ ਪਹਿਨਣ ਦੇ ਨਾਲ ਜਨੇਊ ਨਾਲ ਨਹੀਂ ਜਾਣਾ, ਤੇ ਜਨੇਊ ਤੇ ਤੁਹਾਡੇ ਖੰਡੇ ਬਾਟੇ ਦੀ ਪੌਲ ਦੇ ਵਿੱਚ, ਕਿਰਪਾਨ ਧਾਰਨ ਦੇ ਵਿੱਚ ਕੀ ਫਰਕ ਹੈ। ਜਦੋਂ ਆਪ ਜੀ ਦੇ ਨਾਲ ਵਿਚਾਰ ਸਾਂਝੇ ਕੀਤੇ ਸਨ, ਪਹਿਲਾਂ ਇਹ ਪ੍ਰਸੰਗ ਸ਼ੁਰੂ ਕੀਤਾ ਸੀ, ਆਪ ਜੀ ਨੂੰ ਦੱਸਿਆ ਗਿਆ ਸੀ ਕਿ ਹਿੰਦੂ ਮੱਤ ਦੇ ਅਨੁਸਾਰ ਬ੍ਰਾਹਮਣ, ਖੱਤਰੀ, ਵੈਸ਼, ਇਹਨਾਂ ਤਿੰਨਾਂ ਨੂੰ ਜਨੇਊ ਪਹਿਨਣ ਦਾ ਅਧਿਕਾਰ ਹੈ, ਪਰ ਉਹ ਵੀ ਇੱਕੋ ਜਿਹਾ ਨਹੀਂ। ਕੋਈ ਕਪਾਹ ਦਾ ਜਨੇਊ ਧਾਰਨ ਕਰਦਾ, ਖੱਤਰੀ ਨੂੰ ਸੂਤ ਦਾ ਕੱਤਿਆ ਹੋਇਆ, ਤੇ ਇਸੇ ਤਰ੍ਹਾਂ ਵਾਣ ਦਾ ਵੀ ਕੱਤਿਆ ਹੋਇਆ ਜਿਹੜਾ ਹੈ, ਉਹ ਵੱਖ-ਵੱਖ ਤਰ੍ਹਾਂ ਦੇ ਜਨੇਊ ਦੀਆਂ ਕਿਸਮਾਂ ਨੇ, ਵੱਖ-ਵੱਖ ਸਮੇਂ ਤੇ ਪਹਿਨਾਇਆ ਜਾਂਦਾ। ਪਰ ਔਰਤ ਨੂੰ ਜਨੇਊ ਪਹਿਨਣ ਦਾ ਅਧਿਕਾਰ ਨਹੀਂ। ਕੀ ਔਰਤ ਨੇ ਆਤਮਿਕ ਤੌਰ ਦੇ ਉੱਤੇ ਉੱਚੀ ਅਵਸਥਾ ਨਹੀਂ ਪ੍ਰਾਪਤ ਕਰਨੀ? ਕਿ ਔਰਤ ਦਾ ਅਧਿਕਾਰ ਨਹੀਂ ਵੀ ਉਹ ਪਰਮਾਤਮਾ ਨੂੰ ਮਿਲ ਸਕੇ? ਕਿ ਔਰਤ ਦੇ ਵਿੱਚ ਇਹ ਇੱਛਾ ਨਹੀਂ ਵੀ ਮੈਂ ਆਪਣੇ ਪਰਮਾਤਮਾ ਨੂੰ ਜਾਣਨਾ ਹੈ, ਪਰਮਾਤਮਾ ਦੇ ਨਾਲ ਮਿਲਾਪ ਕਰਨਾ? ਇਹ ਸਾਰਾ ਕੁਝ ਸਵਾਲ ਆਉਂਦੇ ਨੇ। ਹੁਣ ਗੱਲ ਕਰੀਏ ਖੰਡੇ ਬਾਟੇ ਦੀ ਪੌਲ ਦੀ। ਸਾਡੇ ਗੁਰੂ ਸਾਹਿਬਾਨ ਨੇ ਇਹ ਨਹੀਂ ਆਖਿਆ ਵੀ ਇਹ ਸਿੱਖ ਦੇ ਘਰ ਜਨਮ ਲੈਣ ਵਾਲਾ ਹੀ ਖੰਡੇ ਬਾਟੇ ਦੀ ਪੌਲ ਸਕੇਗਾ। ਇਹ ਖੰਡੇ ਬਾਟੇ ਦੀ ਪੌਲ ਸਮਾਜ ਦੇ ਵਿੱਚ ਜਿਹੜੀਆਂ ਵੰਡੀਆਂ ਪਈਆਂ ਸੀ ਉਹਨਾਂ ਨੂੰ ਦੁਬਾਰਾ ਇਕਮੁੱਠ ਕਰ ਰਹੀ ਹੈ, ਸਮਾਜ ਨੂੰ ਇੱਕ ਧਾਗੇ ਦੇ ਵਿੱਚ ਪਰੋ ਰਹੀ ਹੈ। ਜਿਹੜੀ ਉਹ ਪਰਮਾਤਮਾ ਦੇ ਭੇਜੇ ਹੋਏ ਇਨਸਾਨ ਨੇ, ਉਹਨਾਂ ਸਾਰਿਆਂ ਦੇ ਵਿੱਚ ਮਾਨਵਤਾ, ਇਨਸਾਨੀਅਤ ਦਾ ਜਿਹੜਾ ਗੁਣ ਹੈ ਉਹ ਭਰ ਰਹੀ ਹੈ। ਜੇਕਰ ਇੱਕ ਸਿੱਖ, ਇੱਕ ਬੱਚਾ, ਇੱਕ ਪੁੱਤਰ, ਇੱਕ ਪਤੀ ਖੰਡੇ ਬਾਟੇ ਦੀ ਪੌਲ ਛਕ ਸਕਦਾ, ਤਾਂ ਇੱਕ ਧੀ, ਇੱਕ ਪਤਨੀ, ਇੱਕ ਮਾਂ ਵੀ ਖੰਡੇ ਬਾਟੇ ਦੀ ਪੌਲ ਲੈ ਸਕਦੀ, ਖੰਡੇ ਬਾਟੇ ਦੀ ਪੌਲ ਧਾਰਨ ਕਰ ਸਕਦੀ। ਗੁਰੂ ਸਾਹਿਬਾਨਾਂ ਨੇ ਸਮਾਜ ਦੇ ਵਿੱਚ ਜਿਹੜੀ ਵਰਨ ਵੰਡ ਚੱਲ ਰਹੀ ਸੀ ਨਾ, ਉਸ ਵਰਨ ਵੰਡ ਦੇ ਉੱਤੇ ਕਰਾਰੀ ਚੋਟ ਮਾਰ ਕੇ ਸਾਰਿਆਂ ਨੂੰ ਇੱਕ ਲੜੀ ਦੇ ਵਿੱਚ ਪਰੋਇਆ ਤੇ ਇੱਕ ਅਕਾਲ ਪੁਰਖ ਦੇ ਨਾਲ ਜੋੜਿਆ, ਤੇ ਜਾਤ ਪਾਤ ਦਾ ਜਿਹੜਾ ਵਿਤਕਰਾ ਸੀ ਉਹ ਦੂਰ ਕੀਤਾ। ਇਹ ਸਾਡੇ ਖੰਡੇ ਬਾਟੇ ਦੀ ਪੌਲ ਦੇ ਵਿੱਚ ਤੇ ਜਨੇਊ ਧਾਰਨ ਕਰਨ ਦੇ ਵਿੱਚ ਇਹ ਬਹੁਤ ਵੱਡਾ ਅੰਤਰ ਹੈ। ਤੇ ਇਸ ਦੇ ਨਾਲ ਨਾਲ ਉਹ ਸਾਰਾ ਕੁਝ ਮਨੁੱਖ ਦੇ ਜੀਵਨ ਦੇ ਵਿੱਚ ਚੰਗੇ ਗੁਣ ਆਉਣੇ, ਦਇਆ, ਇਹ ਪਾਤਸ਼ਾਹ ਜੀ ਨੇ ਸਾਨੂੰ ਵੀ ਸਮਝਾਉਣਾ ਕੀਤਾ। ਕੱਲਾ ਇਹ ਨਹੀਂ ਵੀ ਮੁਸਲਮਾਨਾਂ ਦੇ ਲਈ ਆਖ ਦਿੱਤਾ ਤਾਂ ਪੰਜ ਨਮਾਜ਼ਾਂ ਦੇ ਵੇਲੇ ਪੜ੍ਹਦੇ ਹੋ ਤਾਂ ਤੁਹਾਡੇ ਵਿੱਚ ਸੱਚ ਹੋਣਾ ਜ਼ਰੂਰੀ ਹੈ। ਸਿੱਖ ਦੇ ਜੀਵਨ ਦੇ ਵਿੱਚ ਵੀ ਇਹ ਸਾਰਾ ਕੁਝ ਹੋਣਾ ਚਾਹੀਦਾ। ਅਸਲ ਦੇ ਵਿੱਚ ਸਿੱਖ ਸੰਪੂਰਨ ਹੁੰਦਾ ਹੀ ਉਦੋਂ ਹੈ ਜਦੋਂ ਉਸ ਦੇ ਜੀਵਨ ਦੇ ਵਿੱਚ ਦਇਆ ਆ ਜਾਵੇ, ਨਿਮਰਤਾ ਆ ਜਾਵੇ, ਸਹਿਜ ਅਵਸਥਾ ਆ ਜਾਵੇ, ਸਬਰ ਸੰਤੋਖ ਆ ਜਾਵੇ, ਤਾਂ ਉਹ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਪ੍ਰਵਾਨ ਆਉਂਦਾ। ਗੁਰੂ ਕਿਰਪਾ ਕਰੇ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਇਹ ਚੰਗੇ ਗੁਣਾਂ ਨੂੰ ਧਾਰਨ ਕਰੀਏ, ਚੰਗੇ ਗੁਣਾਂ ਦੇ ਧਾਰਨੀ ਬਣ ਕੇ ਸਚਿਆਰਾ ਜੀਵਨ ਬਤੀਤ ਕਰੀਏ।
ਰਹਿੰਦੀਆਂ ਵਿਚਾਰਾਂ ਅਸੀਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਕਰਾਂਗੇ। ਉਹਨਾਂ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।